ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਅਤੇ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਬਾਣੀ ਦਰਜ ਕੀਤੀ ਗਈ ਹੈ ਉਹ ਸਭ ਸਮੇਂ ਸਮੇਂ 'ਤੇ ਗੁਰੂ ਮਹਾਰਾਜ ਨੂੰ ਆਕਾਸ਼ਵਾਣੀ ਦੇ ਰੂਪ ਦੇ ਵਿੱਚ ਆਉਂਦੀ ਰਹੀ ਹੈ ਤਾਂ ਉਹ ਬਾਣੀ ਦਰਜ ਕੀਤੀ ਗਈ ਹੈ। ਇਸ ਦੇ ਵਿੱਚ ਅਸੀਂ 4 ਲਾਵਾਂ ਦਾ ਸ਼ਬਦ ਪੜ੍ਹਦੇ ਹਾਂ, ਜਿਹੜਾ ਕਿ ਲੜਕੇ ਲੜਕੀ ਦੀ ਸ਼ਾਦੀ ਦੇ ਵਕਤ ਪੜ੍ਹਿਆ ਜਾਂਦਾ ਹੈ। ਉਹ ਸ਼ਬਦ ਨੂੰ 4 ਲਾਵਾਂ ਕਹਿ ਕੇ ਦੱਸਿਆ ਗਿਆ ਹੈ। ਲਾਮ ਦਾ ਮਤਲਬ ਹੈ ਜੁੜਨਾ। ਜਿਸ ਤਰ੍ਹਾਂ ਲੜਕੇ ਲੜਕੀ ਦੇ ਪੱਲੇ ਨੂੰ ਆਪਸ ਵਿੱਚ ਦੀ ਬੰਨ੍ਹਿਆ ਜਾਂਦਾ ਹੈ, ਬੰਧਨ ਕੀਤਾ ਜਾਂਦਾ ਹੈ, ਜੋੜ ਕਿਹਾ ਜਾਂਦਾ ਹੈ ਜਾਂ ਉਹਨਾਂ ਦਾ ਮਿਲਾਪ ਕਿਹਾ ਜਾਂਦਾ ਹੈ। ਇਹ ਲਾਵਾਂ ਦਾ ਮਤਲਬ ਹੈ ਇਕੱਠ, ਸਮੂਹ, ਜੋੜ, ਯਾਨੀ ਜਿਹਨੂੰ ਅਸੀਂ ਅਧਿਆਤਮਿਕ ਬੋਲੀ ਦੇ ਵਿੱਚ ਯੋਗ ਕਹਿੰਦੇ ਹਾਂ। ਇਹ ਜੋ ਪਹਿਲੀ ਲਾਮ ਹੈ ਇਹ ਅਧਿਆਤਮਿਕ ਯਾਤਰਾ ਸ਼ੁਰੂ ਕਰਨ ਦਾ ਜੋ ਪਹਿਲਾ ਕਦਮ ਹੈ ਉਸ ਦੀ ਨਿਸ਼ਾਨੀ ਇਸ ਦੇ ਵਿੱਚ ਦੱਸੀ ਗਈ ਹੈ ਕਿ ਇਸ ਜੀਵ ਦੇ ਅੰਦਰ ਪੂਰਬਲੇ ਕੀਤੇ ਹੋਏ ਅਧਿਆਤਮਿਕ ਕਰਮ ਦੀ ਜਦੋਂ ਅੱਗੇ ਵਧਣ ਦੀ ਵਾਰੀ ਆਉਂਦੀ ਹੈ ਤਾਂ ਉਸ ਵਕਤ ਉਸ ਦੇ ਮਨ ਦੇ ਅੰਦਰ ਕੀ ਕੀ ਪਰਿਵਰਤਨ ਆਉਂਦਾ ਹੈ। ਸਾਰਿਆਂ ਨਾਲੋਂ ਪਹਿਲਾਂ ਉਹਦੇ ਅੰਦਰ ਇਹ ਪ੍ਰਵਿਰਤੀ ਪੈਦਾ ਹੁੰਦੀ ਹੈ ਕਿ ਮੈਂ ਕੁਛ ਚੰਗਾ ਕਰਾਂ, ਮੈਂ ਕੁਛ ਧਰਮ ਦੇ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਾਂ, ਮੈਂ ਕੁਛ ਬਾਣੀ ਨੂੰ ਪੜ੍ਹਾਂ, ਸੁਣਾ ਅਤੇ ਸਮਝਾਂ। ਇਹ ਉਸ ਦੇ ਅੰਦਰ ਜੋ ਹੈ ਇਹ ਤਬਦੀਲੀ ਜੋ ਹੈ ਉਸ ਦੇ ਅੰਦਰ ਪੈਦਾ ਹੁੰਦੀ ਹੈ, ਜਿਸ ਨੇ ਕਿ ਪਿਛਲੇ ਜਨਮ ਦੇ ਵਿੱਚ ਕੋਈ ਚੰਗੇ ਕਰਮ ਕੀਤੇ ਹੁੰਦੇ ਹਨ, ਜਿਨ੍ਹਾਂ ਚੰਗੇ ਕਰਮਾਂ ਦੇ ਵਿੱਚ ਸਿਮਰਨ ਵੀ ਜਿਹੜਾ ਹੈ ਉਹ ਸ਼ਾਮਲ ਹੁੰਦਾ ਹੈ। ਇਸੇ ਤਰ੍ਹਾਂ ਅਧਿਆਤਮਿਕ ਦੇ ਰਸਤੇ 'ਤੇ ਚੱਲਣ ਵਾਸਤੇ ਜਿਵੇਂ ਕਿ ਸੰਤਾਂ ਮਹਾਂਪੁਰਸ਼ਾਂ ਨੇ ਆਪਣੇ ਅਨੁਭਵ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਹਨ, ਉਹਨਾਂ ਦੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਸੰਤਾਂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਕਿਉਂਕਿ ਅਸੀਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵੰਤ ਗੁਰੂ ਮੰਨਦੇ ਹਾਂ ਤਾਂ ਉਸ ਦੇ ਵਿੱਚ ਜੋ ਕੁਛ ਦਰਜ ਹੈ ਅਗਰ ਉਸ ਨੂੰ ਧਿਆਨ ਨਾਲ ਸਮਝਾਂਗੇ ਤਾਂ ਸਾਨੂੰ ਸਾਡੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਇਸ ਤਰ੍ਹਾਂ ਮਿਲਣਗੇ ਕਿ ਜਿਸ ਤਰ੍ਹਾਂ ਸਾਡੇ ਸਾਹਮਣੇ ਹੀ ਗੁਰੂ ਮਹਾਰਾਜ ਸਸ਼ਰੀਰ ਹੋ ਕੇ ਬੈਠੇ ਹੋਏ ਸਾਨੂੰ ਸਮਝਾ ਰਹੇ ਹਨ। ਸੋ ਇਹ ਜੋ ਲਾਵਾਂ ਦਾ ਪ੍ਰਸੰਗ ਹੈ ਇਹ ਪ੍ਰਸੰਗ ਹੀ ਐਸਾ ਹੈ ਕਿ ਜਦੋਂ ਅਧਿਆਤਮਿਕ ਤਬਦੀਲੀ ਇਨਸਾਨ ਦੇ ਅੰਦਰ ਆਉਂਦੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨਾ ਉਹ ਪੈਦਾ ਹੁੰਦੀਆਂ ਹਨ। ਸੋ ਜੋ ਪਹਿਲੀ ਲਾਮ ਉਹਦੇ ਵਿੱਚ ਕਿਹਾ ਹੈ ਕਿ ਇਹ ਕਾਜ, ਯਾਨੀ ਕਿ ਕਾਜ ਅਸੀਂ ਆਨੰਦ ਕਾਰਜ ਨੂੰ ਵੀ ਕਾਜ ਕਹਿੰਦੇ ਹਾਂ ਔਰ ਅਧਿਆਤਮਿਕ ਉੱਨਤੀ 'ਤੇ ਚੱਲਣ ਨੂੰ ਵੀ ਇਹ ਕਾਜ ਕਿਹਾ ਗਿਆ। ਇਹ ਪਹਿਲੀ ਲਾਮ ਦਾ ਮਤਲਬ ਇਹ ਹੈ ਕਿ ਉਸ ਮਾਲਕ ਨੂੰ ਮਿਲਣ ਵਾਸਤੇ ਬੰਦਗੀ ਦਾ ਜੋ ਰਸਤਾ ਅਪਣਾਉਣਾ ਹੈ ਉਹ ਸਾਡਾ ਉਹ ਕਾਜ ਹੈ, ਉਹ ਕੰਮ ਹੈ ਜਿਸ ਕੰਮ ਵਾਸਤੇ ਸਾਨੂੰ ਇਹ ਸਰੀਰ ਮਿਲਿਆ ਹੈ। ਇਹ ਜੋ ਸਾਡਾ ਸਰੀਰ ਹੈ ਇਸ ਨੂੰ ਕਹਿੰਦੇ ਹਨ ਕਿ ਇਹ ਸਰੀਰ 3 ਸਰੀਰਾਂ ਦਾ ਬਣਦਾ ਹੈ। ਇੱਕ ਸਾਡਾ ਸਥੂਲ ਸਰੀਰ ਜੋ ਸਾਹਮਣੇ ਨਜ਼ਰ ਆਉਂਦਾ ਹੈ, ਇੱਕ ਸਾਡਾ ਸੂਖਸ਼ਮ ਸਰੀਰ ਜਿਸ ਦੇ ਨਾਲ ਸਾਡੀ ਆਤਮਾ ਔਰ ਮਨ ਅਤੇ ਬੁੱਧੀ ਔਰ ਚੇਤਨਾ ਜੋ ਹੈ ਨਾ ਉਹ ਜੁੜੀ ਹੋਈ ਹੁੰਦੀ ਹੈ। ਤੀਸਰਾ ਕਹਿੰਦੇ ਕਿ ਕਾਰਨ ਸਰੀਰ, ਜੋ ਅਸੀਂ ਕਰਮ ਕਰਦੇ ਹਾਂ, ਜੋ ਸਾਡਾ ਕਰਤਾ
ਪਿਛਲੇ ਜਨਮ ਦਾ ਕੀਤਾ ਹੁੰਦਾ ਹੈ, ਜਾਂ ਜੋ ਸਾਡਾ ਕਰਤਾਪਨ ਇਸ ਜਨਮ ਦੇ ਵਿੱਚ ਹੁੰਦਾ ਹੈ, ਉਸ ਦੇ ਨਾਲ ਸਾਨੂੰ ਪਿਛਲੇ ਕਰਮਾਂ ਦੇ ਅਨੁਸਾਰ ਇਹ ਜਨਮ ਮਿਲਿਆ। ਔਰ ਹੁਣ ਦੇ ਕੀਤੇ ਹੋਏ ਜਿਹੜੇ ਸ਼ੁਭ ਜਾਂ ਅਸ਼ੁਭ ਸੰਸਕਾਰ ਜਿਹੜੇ ਅਸੀਂ ਅੱਗੇ ਲੈ ਕੇ ਜਾਣੇ ਹੈ, ਉਹਨਾਂ ਦੇ ਨਾਲ ਸਾਨੂੰ ਅਗਲਾ ਜਨਮ ਮਿਲਣਾ ਹੈ। ਉਸ ਸਰੀਰ ਨੂੰ ਕਾਰਨ ਸਰੀਰ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਇਸ ਇਨਸਾਨ ਦੇ ਵਿੱਚੋਂ ਪ੍ਰਾਣ ਨਿਕਲਦੇ ਹਨ ਤਾਂ ਇਹ ਜੋ ਸਥੂਲ ਸਰੀਰ ਹੈ, ਇਸ ਨੂੰ ਇੱਥੇ ਅਗਨੀ ਭੇਟ ਕਰ ਦਿੱਤਾ ਜਾਂਦਾ ਹੈ, ਜਾਂ ਇਸ ਨੂੰ ਦਫਨਾ ਦਿੱਤਾ ਜਾਂਦਾ ਹੈ। ਜੋ ਵੀ ਕਿਸੇ ਵੀ ਧਰਮ ਦੀ ਪ੍ਰਕਿਰਿਆ ਹੁੰਦੀ ਹੈ, ਉਸ ਦੇ ਅਨੁਸਾਰ ਇਸ ਦਾ ਜੋ ਹੈ ਉਹ ਸਮਾਪਤੀ ਦਾ ਸਾਧਨ ਕਰ ਦਿੱਤਾ ਜਾਂਦਾ ਹੈ। ਯਾਨੀ ਜੋ ਸਾਡੇ 4 ਤੱਤ ਹਨ, ਅਗਨੀ, ਪਾਣੀ, ਮਿੱਟੀ, ਹਵਾ, ਉਹ ਸਾਰੇ ਜੋ ਹੈ ਉਹ ਆਪਣੇ ਤੱਤਾਂ ਦੇ ਵਿੱਚ ਵਿਲੀਨ ਹੋ ਜਾਂਦੇ ਹੈ। ਇਹ ਸਥੂਲ ਸਰੀਰ ਸਮਾਪਤ ਹੋ ਜਾਂਦਾ ਹੈ। ਸਾਰਿਆਂ ਨਾਲੋਂ ਪਹਿਲਾਂ ਹਵਾ ਨਿਕਲਦੀ ਹੈ, ਫਿਰ ਉਸ ਤੋਂ ਬਾਅਦ ਅਗਨੀ ਚਲੀ ਜਾਂਦੀ ਹੈ, ਫਿਰ ਸਰੀਰ ਦੇ ਵਿੱਚੋਂ ਪਾਣੀ ਚਲਾ ਜਾਂਦਾ ਹੈ, ਉਸ ਤੋਂ ਬਾਅਦ ਜੋ ਮਿੱਟੀ ਹੈ ਉਸ ਨੂੰ ਅਸੀਂ ਅਗਨ ਭੇਟ ਕਰਕੇ ਉਸ ਨੂੰ ਰਾਖ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ। ਸੋ ਇਹ ਚਾਰੇ ਜੋ ਹੈ ਇਹ ਚਲੇ ਜਾਂਦੇ ਹਨ। ਲੇਕਿਨ ਜੋ ਪੰਜਵਾਂ ਤੱਤ ਆਕਾਸ਼ ਤੱਤ ਹੈ, ਉਸ ਤੱਤ ਦੇ ਵਿੱਚ ਸਾਡੀ ਆਤਮਾ ਨੇ ਜੋ ਹੈ ਉਹ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਜੋ ਹੈ ਉਹ ਅੱਗੇ ਜਾਣਾ ਹੈ। ਜੇ ਬਹੁਤ ਅੱਛੀ ਅਧਿਆਤਮਕ ਅਵਸਥਾ ਕਿਸੇ ਸਾਧਕ ਨੇ ਪਾ ਲਈ ਹੈ ਤਾਂ ਉਸ ਨੂੰ ਚੰਗਾ ਅਸਥਾਨ ਮਿਲੇਗਾ। ਜੋ ਥੋੜ੍ਹਾ ਬਹੁਤ ਕੀਤਾ ਹੈ ਕਿਸੇ ਨੇ, ਉਸ ਨੂੰ ਚੰਗਾ ਘਰ ਪਰਿਵਾਰ ਮਿਲੇਗਾ। ਇਸੇ ਤਰ੍ਹਾਂ ਇਹ ਜੀਵਨ ਦਾ ਚੱਕਰ ਜੋ ਹੈ ਉਹ ਚੱਲਦਾ ਰਹਿੰਦਾ ਹੈ। ਲੇਕਿਨ ਜੋ ਸਾਨੂੰ ਕਾਜ ਉਸ ਪਰਮਾਤਮਾ ਨੇ ਦਿੱਤਾ ਹੈ, ਜੋ ਕੰਮ ਇਹ ਦਿੱਤਾ ਹੈ ਕਿ ਇਹ ਸਰੀਰ ਸਾਨੂੰ ਦਿੱਤਾ ਹੈ, ਇਸ ਸਰੀਰ ਦੇ ਅੰਦਰ ਸੂਖਸ਼ਮ ਸਰੀਰ ਦੇ ਨਾਲ ਆਤਮਾ ਦਿੱਤੀ ਹੈ। ਪਰ ਕਾਜ ਇਹ ਹੈ ਕਿ ਅਸੀਂ ਉਸ ਆਤਮਾ ਨੂੰ ਉਸ ਪਰਮ ਆਤਮਾ ਤੱਕ ਪਹੁੰਚਾਉਣਾ ਹੈ। ਔਰ ਉਸ ਦਾ ਜੋ ਸਿੱਧਾ ਸਾਦਾ ਰਸਤਾ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਹੈ, ਉਹ ਹੈ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਆਪਣੇ ਆਪ ਨੂੰ ਲਗਾਉਣਾ, ਯਾਨੀ ਕਿ ਸਿਮਰਨ ਕਰਨਾ। ਸਿਮਰਨ ਨੂੰ ਕਹਿੰਦੇ ਹੈ ਜਪ ਕਰਨਾ। ਔਰ ਜਪ ਇੰਨਾ ਕਰਨਾ ਕਿ ਉਹ ਜਪ ਸਾਡੇ ਅੰਦਰ ਆਪਣੇ ਆਪ ਚੱਲਣ ਲੱਗ ਪਏ, ਜਿਸ ਨੂੰ ਕਿ ਅਜਪਾ ਜਾਪ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਜਾਣਦੇ ਹਨ ਕਿ ਉਸ ਤੋਂ ਬਾਅਦ ਜ਼ਿਕਰ ਆਉਂਦਾ ਹੈ ਨਾਦ ਦਾ ਔਰ ਸ਼ਬਦ ਦਾ। ਸ਼ਬਦ ਨਾਦ ਨੂੰ ਹੀ ਕਿਹਾ ਜਾਂਦਾ ਹੈ ਔਰ ਨਾਦ ਨੂੰ ਹੀ ਸ਼ਬਦ ਕਿਹਾ ਜਾਂਦਾ ਹੈ। ਅਧਿਆਤਮਕ ਦੀ ਉੱਚੀ ਅਵਸਥਾ ਦੇ ਵਿੱਚ ਜਿਸ ਨੂੰ ਸਤਿਨਾਮ ਕਿਹਾ ਜਾਂਦਾ ਹੈ, ਉਹ ਵੀ ਨਾਦ ਦੀ ਅਵਸਥਾ ਹੈ। ਜਿਸ ਵਕਤ ਉਹ ਨਾਦ ਪੈਦਾ ਹੋ ਜਾਂਦਾ ਹੈ, ਉਹ ਗੂੰਜ ਪੈਦਾ ਹੋ ਜਾਂਦੀ ਹੈ ਸ਼ੁਰੂਆਤ ਦੇ ਵਿੱਚ। ਉਹ ਗੂੰਜ ਆਤਮਾ ਅਤੇ ਪਰਮਾਤਮਾ ਨੂੰ ਮਿਲਾਉਣ ਵਾਲਾ ਸਾਧਨ ਹੈ। ਯਾਨੀ ਕਿ ਜਿਹਨੂੰ ਅਸੀਂ ਪੰਜਵਾਂ ਤੱਤ ਕਹਿੰਦੇ ਹਾਂ ਨਾ, ਉਹ ਪੰਜਵਾਂ ਤੱਤ ਜੋ ਹੈ ਉਹ ਸਤਿਨਾਮ ਹੈ, ਉਸ ਪਰਮਾਤਮਾ ਦਾ ਨਾਮ ਹੈ। ਉਹ ਜੋ ਗੂੰਜ ਹੈ, ਉਹ ਜੋ ਅਨਹਦ ਨਾਦ ਹੈ, ਉਹ ਪੰਜਵਾਂ ਤੱਤ ਹੈ, ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਉਹ ਨਾਦ ਜੋ ਹੈ ਉਹ ਆਤਮਾ ਨੂੰ ਅੰਤ ਸਮੇਂ ਤੱਕ ਆਪਣੇ ਵਿੱਚ ਲੀਨ ਰੱਖਦਾ ਹੈ। ਔਰ ਜਿਵੇਂ ਜਿਵੇਂ ਸਾਧਕ ਦੀ ਅਵਸਥਾ ਉੱਚੀ ਹੁੰਦੀ ਜਾਂਦੀ ਹੈ, ਉਸ ਨੂੰ ਉਸ ਦੇ ਵਿੱਚ ਲੀਨਤਾ ਪ੍ਰਾਪਤ ਹੁੰਦੀ ਜਾਂਦੀ ਹੈ। ਔਰ ਇਹਨਾਂ ਦਾ ਜੋ ਵਰਣਨ ਹੈ ਉਹ ਇਸ ਤੋਂ ਬਾਅਦ ਜਿਹੜੀਆਂ ਦੂਸਰੀ, ਤੀਸਰੀ ਔਰ ਚੌਥੀ ਲਾਮ ਦੇ ਵਿੱਚ ਹੈ। ਇਹ ਜੋ ਅਧਿਆਤਮਿਕ ਦੀਆਂ ਮੰਜ਼ਿਲਾਂ ਹਨ, ਜੋ ਪ੍ਰਾਪਤੀਆਂ ਹਨ, ਉਹਨਾਂ ਦਾ ਅੱਗੇ ਦੀ ਅੱਗੇ ਜੋ ਹੈ ਨਾ ਉਹ ਵਰਣਨ ਚੱਲਦਾ ਰਹਿੰਦਾ ਹੈ। ਇਸ 'ਤੇ ਜੋ ਵਿਚਾਰ ਹੈ ਇਹ ਆਪ ਜੀ ਨੂੰ ਮਿਲਦੇ ਰਹਿਣਗੇ। ਧੰਨਵਾਦ। ਦਾਤਾ ਭਲਾ ਕਰੇ।